My dear students of ninth class, today we are going to discuss the new lesson Wishes Come True. It was written by Rabindranath Tagore. Let's start our lesson. Sushil Chandra wanted to do whatever pleased him, play all day, climb trees, and miss school, whereas his father Subal Chandra longed to have his childhood back so that he could study. The Lady of Wishes decided to fulfill their wishes for some time. Were they happy with the change? ਤਾਂ ਬੱਚੋ ਕਹਾਣੀ ਜਿਹੜੀ ਆ ਦੋ ਜਣਿਆਂ ਦੀ ਆ, ਪਿਓ ਤੇ ਪੁੱਤਰ ਦੀ। ਸੁਸ਼ੀਲ ਚੰਦਰ ਤੇ ਸੁਬਲ ਚੰਦਰ, ਇਹ ਦੋ ਜਣੇ ਆ, ਪਿਓ ਪੁੱਤ ਨੇ। ਪੁੱਤ ਪਿਓ ਵਾਂਗੂ ਵੱਡਾ ਬਣਨਾ ਚਾਹੁੰਦਾ ਆ ਤੇ ਪਿਓ ਪੁੱਤ ਵਾਂਗੂ ਛੋਟਾ ਆਪਣੇ ਬਚਪਨ ਵਿੱਚ ਜਾਣਾ ਚਾਹੁੰਦਾ ਹੈ, ਤਾਂ ਕਿ ਉਹ ਜਿਵੇਂ ਪਹਿਲਾਂ ਪੜ੍ਹ ਨਹੀਂ ਸਕਿਆ ਆਪਣੇ ਬਚਪਨ ਦੇ ਵਿੱਚ, ਹੁਣ ਪੜ੍ਹ ਕੇ ਤੇ ਕੁਛ ਵਧੀਆ ਕਰਨਾ ਚਾਹੁੰਦਾ ਆ। ਤਾਂ ਲੇਡੀ ਆਫ ਵਿਸ਼ਿਸ ਯਾਨੀ ਇੱਛਾ ਦੀ ਦੇਵੀ ਉੱਥੋਂ ਲੰਘਦੀ ਹੈ, ਇਹਨਾਂ ਦੀ ਗੱਲ ਸੁਣਦੀ ਆ, ਤਾਂ ਉਹਦੇ ਮਨ 'ਚ ਇਹ ਗੱਲ ਆਉਂਦੀ ਹੈ ਵੀ ਮੈਂ ਇਹਨਾਂ ਦੀਆਂ ਇੱਛਾਵਾਂ ਪੂਰੀਆਂ ਕਰ ਦੇਵਾਂ ਤਾਂ ਫਿਰ ਦੇਖੋ ਕੀ ਹੁੰਦਾ ਆ। ਤਾਂ ਫਿਰ ਉਹ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਕਰ ਜਾਂਦੀ ਹੈ, ਪਿਓ ਨੂੰ ਪੁੱਤ ਦੀ ਉਮਰ ਦਾ ਬਣਾ ਦਿੰਦੀ ਹੈ, ਪੁੱਤ ਨੂੰ ਪਿਓ ਦੀ ਉਮਰ ਦਾ ਬਣਾ ਦਿੰਦੀ ਆ। ਅਤੇ ਫਿਰ ਕੀ ਹੁੰਦਾ ਆ ਉਹਦੇ ਬਾਰੇ ਇਹ ਲੈਸਨ ਆ। ਸੁਬਲ ਚੰਦਰ ਸਨ ਵਾਸ ਕਾਲਡ ਸੁਸ਼ੀਲ ਚੰਦਰ। ਹੁਣ ਪਿਓ ਦਾ ਨਾਂ ਸੀ ਸੁਬਲ ਚੰਦਰ, ਯਾਦ ਰੱਖਿਓ, ਅਤੇ ਪੁੱਤ ਦਾ ਨਾਂ ਸੀ ਸੁਸ਼ੀਲ ਚੰਦਰ। But a name always does not reflect the person. Subal means strong, but he was rather frail. Frail ਹੁੰਦਾ ਕਮਜ਼ੋਰ, strong ਹੁੰਦਾ ਮਜ਼ਬੂਤ। Sushil was not so well behaved, though his name means just that. ਸੁਬਲ ਚੰਦਰ ਦੇ ਪੁੱਤਰ ਨੂੰ ਸੁਸ਼ੀਲ ਚੰਦਰ ਕਿਹਾ ਜਾਂਦਾ ਸੀ, ਪਰ ਇੱਕ ਨਾਮ ਹਮੇਸ਼ਾ ਵਿਅਕਤੀ ਨੂੰ ਉਹੋ ਜਿਹਾ ਨਹੀਂ ਦਰਸਾਉਂਦਾ ਜਿਵੇਂ ਉਹਦਾ ਨਾਂ ਸੀਗਾ। ਸੁਬਲ ਦਾ ਮਤਲਬ ਹੁੰਦਾ ਮਜ਼ਬੂਤ। ਸੁਬਲ ਸ਼ਬਦ ਦਾ ਅਰਥ ਹੈ ਮਜ਼ਬੂਤ, ਪਰ ਉਹ ਕਮਜ਼ੋਰ ਸੀ। ਸੁਸ਼ੀਲ ਦਾ ਮਤਲਬ ਹੁੰਦਾ ਵੀ ਜਿਹੜਾ ਬਹੁਤ ਵਧੀਆ ਢੰਗ ਨਾਲ ਲੋਕਾਂ ਨਾਲ ਵਿਹਾਰ ਕਰਦਾ ਹੈ, ਪਰ ਸੁਸ਼ੀਲ ਜਿਹੜਾ ਆ ਉਹਦਾ ਵਿਵਹਾਰ ਲੋਕਾਂ ਪ੍ਰਤੀ ਚੰਗਾ ਨਹੀਂ ਸੀ। ਯਾਨੀ ਇਹਨਾਂ ਦੋਵਾਂ ਦਾ ਜੋ ਨਾਂ ਸੀ ਉਹ ਨਾਂ ਦੇ ਮੁਤਾਬਕ ਨਹੀਂ ਸੀ। The boy was always annoying the neighbor with his pranks. Prank ਹੁੰਦਾ ਸ਼ਰਾਰਤਾਂ, neighbor ਗੁਆਂਢੀ। So his father would often run after him to punish him. But the father was rheumatic. Rheumatic ਹੁੰਦਾ ਜਿਨ੍ਹਾਂ ਨੂੰ ਜੋੜਾਂ ਦੇ ਵਿੱਚ ਦਰਦ ਹੁੰਦਾ, ਗਠੀਏ ਦਾ ਦਰਦ ਜਾਂ ਕੋਈ ਇੱਦਾਂ ਦਾ, ਗੋਡਿਆਂ 'ਚ ਕੋਹਣੀਆਂ ਅਤੇ ਇੱਦਾਂ ਜੋੜਾਂ 'ਚ ਦਰਦ ਹੁੰਦਾ, ਉਹਨੂੰ ਆਪਾਂ ਰਿਊਮੈਟਿਕ ਕਹਿੰਦੇ ਹਾਂ। While the boy ran like a deer, so the blow did not always hit the mark. ਲੜਕਾ ਹਮੇਸ਼ਾ ਆਪਣੀਆਂ ਮੂਰਖਾਨਾ ਹਰਕਤਾਂ ਨਾਲ, ਸ਼ਰਾਰਤਾਂ ਨਾਲ ਗੁਆਂਢੀਆਂ ਨੂੰ ਪਰੇਸ਼ਾਨ ਕਰਦਾ ਸੀ। ਉਸ ਦਾ ਪਿਤਾ ਸਜ਼ਾ ਦੇਣ ਲਈ ਉਹਦੇ ਮਗਰ ਦੌੜਦਾ, ਪਰ ਉਹ ਗਠੀਏ ਦਾ ਮਰੀਜ਼ ਸੀਗਾ, ਉਹਦੇ ਜੋੜਾਂ 'ਚ ਦਰਦ ਹੁੰਦਾ ਸੀ, ਉਹ ਦੌੜ ਨਹੀਂ ਪਾਉਂਦਾ। ਅਤੇ ਦੂਰੋਂ ਵੀ ਕੋਈ ਚੀਜ਼ ਜੇਕਰ ਉਹ ਚਲਾ ਕੇ ਮਾਰਦਾ ਸੀ ਤਾਂ ਉਹ ਨਿਸ਼ਾਨੇ 'ਤੇ ਨਹੀਂ ਲੱਗਦੀ ਸੀ, ਯਾਨੀ ਉਹ ਮੁੰਡਾ ਜਿਹੜਾ ਭੱਜ ਜਾਂਦਾ ਸੀ। It was Saturday when school closed early at 2 o'clock, but Sushil did not feel like going to school at all. There were several reasons for this. First, there was going to be a geography test, and second, there would be a fireworks. Fireworks ਹੁੰਦਾ ਪਟਾਕੇ ਚਲਾਉਣਾ show in the evening at Bose's, for which they were going to prepare from the morning. ਸ਼ਨੀਵਾਰ ਦਾ ਦਿਨ ਸੀ ਜਦੋਂ ਸਕੂਲ 2 ਵਜੇ ਛੁੱਟੀ ਹੋਣੀ ਸੀ, ਪਰ ਸੁਸ਼ੀਲ ਸਕੂਲ ਜਾਣਾ ਨਹੀਂ ਚਾਹੁੰਦਾ ਸੀ। ਕਾਰਨ ਦੋ ਸੀਗੇ, ਇੱਕ ਤਾਂ ਭੂਗੋਲ ਦਾ ਟੈਸਟ ਹੋਣਾ ਸੀ ਜੋ ਉਹਨੂੰ ਆਉਂਦਾ ਨਹੀਂ ਸੀ, ਦੂਜਾ ਉਹਨਾਂ ਦੇ ਗੁਆਂਢ ਵਿੱਚ ਬੋਸਿਸ ਨਾਂ ਦੇ ਵਿਅਕਤੀ ਰਹਿੰਦੇ ਸੀ ਜਿਨ੍ਹਾਂ ਨੇ ਪਟਾਕਿਆਂ ਦੇ ਚਲਾਉਣ ਦਾ ਪ੍ਰਦਰਸ਼ਨ ਕਰਨਾ ਸੀ, ਯਾਨੀ ਪਟਾਕੇ ਚਲਾਉਣੇ ਸੀ, ਅਤੇ ਉਹ ਉਹਨਾਂ ਨੂੰ ਦੇਖਣਾ ਚਾਹੁੰਦਾ ਸੀ। ਠੀਕ ਹੈ, ਅਤੇ ਬੋਸਿਸ ਜਿਹੜੇ ਪਟਾਕਿਆਂ ਦੇ ਲਈ ਸਵੇਰ ਤੋਂ ਤਿਆਰੀ ਕਰ ਰਹੇ ਸਨ। ਸੁਸ਼ੀਲ had planned to spend the whole day there.
So he went back to bed. When it was time for school, his father came and asked, "What's wrong? Why are you in bed? Aren't you going to school?" "I have got a tummy ache." Tummy ache ਕਹਿੰਦੇ ਪੇਟ ਦਰਦ। "I can't go to school today," said ਸੁਸ਼ੀਲ। ਸੁਸ਼ੀਲ ਨੇ ਪੂਰਾ ਦਿਨ ਉੱਥੇ ਬਿਤਾਉਣ ਲਈ ਯੋਜਨਾ ਬਣਾਈ ਸੀ। ਜਦੋਂ ਸਕੂਲ ਦਾ ਸਮਾਂ ਆ ਗਿਆ ਉਹ ਫਿਰ ਸੌਂ ਗਿਆ। ਸਕੂਲ ਜਾਣ ਲਈ ਤਿਆਰ ਨਹੀਂ ਹੋਇਆ, ਸੌਂ ਗਿਆ। ਉਹਦੇ ਪਿਤਾ ਨੇ ਆ ਕੇ ਪੁੱਛਿਆ ਵੀ ਕੀ ਹੋਇਆ ਆ, ਤੂੰ ਬਿਸਤਰੇ ਤੋਂ ਬਾਹਰ ਕਿਉਂ ਨਹੀਂ ਆਇਆ, ਕੀ ਤੂੰ ਸਕੂਲ ਨਹੀਂ ਜਾਣਾ? ਉਹ ਕਹਿੰਦਾ ਮੇਰਾ ਪੇਟ ਦਰਦ ਹੋ ਰਿਹਾ ਹੈ, ਮੈਂ ਅੱਜ ਸਕੂਲ ਨਹੀਂ ਜਾ ਸਕਦਾ। ਬਹਾਨੇ ਮਾਰਦਾ ਸੀ। ਸੁਬਲ could easily see that the boy was making it up. So he said to himself, "Wait, I must teach him a lesson." Aloud he said, "A tummy ache, is it? Then you'd better stay at home all day. Harry can go by himself to see the fireworks at the boss's. And don't have any of those toffees I got for you. Just lie down quietly while I mix you some of that bitter medicine." Bitter कौड़ी medicine दवाई। He locked the boy in, went off to prepare it. ਸੁਬਲ ਜਿਹੜਾ ਆਸਾਨੀ ਨਾਲ ਇਸ ਗੱਲ ਨੂੰ ਸਮਝ ਕੇ ਰਿਹਾ ਸੀ ਵੀ ਇਹ ਮੁੰਡਾ ਜਿਹੜਾ ਝੂਠਾ ਬਹਾਨਾ ਮਾਰ ਦਿਆ, ਉਹਨੇ ਆਪਣੇ ਆਪ ਨੂੰ ਕਿਹਾ ਵੀ ਥੋੜ੍ਹਾ ਰੁਕ, ਮੈਂ ਇਹਨੂੰ ਕੁਝ ਸਬਕ ਸਿਖਾਉਂਦਾ ਵੀ ਇਹ ਜਿਹੜੇ ਬਹਾਨੇ ਮਾਰਦਾ ਇਹਨੂੰ ਮੈਂ ਸਿਖਾਉਂਦਾ ਵੀ ਕਿਉਂ ਬਹਾਨੇ ਮਾਰਦਾ ਹੈ ਨਾ। ਉਹਨੇ ਕਿਹਾ ਵੀ ਤੇਰੇ ਢਿੱਡ 'ਚ ਦਰਦ ਹੈ ਤਾਂ ਫਿਰ ਚੰਗਾ ਹੈ ਵੀ ਤੂੰ ਘਰੇ ਰਹੀਂ, ਕਿਤੇ ਜਾਵੀਂ ਨਾ। ਬੋਸ ਦੇ ਘਰ ਜਿਹੜਾ ਉਹ ਪਟਾਕਿਆਂ ਦਾ ਪ੍ਰੋਗਰਾਮ ਹੈ ਉਹ ਵੀ ਨਾ ਦੇਖਣ ਜਾਈਂ, ਠੀਕ ਹੈ। ਹਰੀ ਇਕੱਲਾ ਹੀ ਚੱਲ ਜਾਊਗਾ। ਅਤੇ ਜਿਹੜੀਆਂ ਟੌਫੀਆਂ ਮੈਂ ਤੇਰੇ ਲਈ ਲਿਆਂਦੀਆਂ ਉਹ ਵੀ ਟੌਫੀਆਂ ਨਾ ਖਾਵੀਂ, ਅਤੇ ਮੈਂ ਤੇਰੇ ਲਈ ਇੱਕ ਕੌੜੀ ਦਵਾਈ ਜਿਹੜੀ ਆ ਉਹ ਬਣਾ ਕੇ ਲੈ ਕੇ ਆਉਣਾ ਤਾਂ ਕਿ ਤੇਰਾ ਪੇਟ ਦਰਦ ਜਿਹੜਾ ਠੀਕ ਹੋ ਜਾਏ। ਅਤੇ ਉਹਨੇ ਬਾਹਰੋਂ ਤਾਲਾ ਲਾ ਤਾ, ਕੁੰਡੀ ਬੰਦ ਕਰਤੀ ਅਤੇ ਉਹਦੇ ਲਈ ਦਵਾਈ ਲੈਣ ਚਲੇ ਗਿਆ। ਸੁਸ਼ੀਲ ਵਾਸ ਇਨ ਏ ਫਿਕਸ ਹੁੰਦਾ ਵੀ ਉਹ ਵੈਸੇ ਤਾਂ ਫਿਕਸ ਦਾ ਮਤਲਬ ਹੁੰਦਾ ਦੌਰਾ, ਪਰ ਉਹ ਇੱਥੇ ਘਬਰਾ ਗਿਆ ਜਾਂ ਉਹਨੂੰ ਸੋਚਣ ਲੱਗ ਪਿਆ ਵੀ ਹੁਣ ਮੈਂ ਕੀ ਕਰਾਂ। He loved toffee just as much as he hated the bitter medicine, and he also wanted to go to boss's house. When Subal Babu returned with the huge bowl of medicine, bowl ਹੁੰਦਾ ਕੌਲੀ ਜਿਹ 'ਚ ਆਪਾਂ ਦਾਲ ਸਬਜ਼ੀ ਖਾਂਦੇ ਉਹਨੂੰ bowl ਕਹਿ ਦਿੰਦੇ। Sushil got up from the bed, said, "My tummy stopped itching. I think I'll go to school." ਸੁਸ਼ੀਲ ਹੁਣ ਜਿਹੜਾ ਉਲਝਣ ਪੈ ਗਿਆ ਵੀ ਹੁਣ ਕੰਮ ਸਾਰਾ ਖਰਾਬ ਹੋ ਗਿਆ, ਮੈਂ ਤਾਂ ਬਹਾਨੇ ਮਾਰਦਾ ਸੀ। ਉਹਨੂੰ ਟੌਫੀਆਂ ਵੀ ਉਨੀਆਂ ਪਸੰਦ ਸੀ ਜਿੰਨੀਆਂ ਉਹ ਦਵਾਈ ਜਿਹੜੀ ਉਹ ਕੌੜੀ ਦਵਾਈ ਨਹੀਂ ਉਹਨੂੰ ਪਸੰਦ, ਅਤੇ ਉਹ ਬੋਸ ਦੇ ਘਰ ਵੀ ਜਾਣਾ ਚਾਹੁੰਦਾ ਸੀਗਾ। ਜਦੋਂ ਸੁਬਲ ਬਾਬੂ ਦਵਾਈ ਦਾ ਵੱਡਾ ਕਟੋਰਾ, ਵੱਡੀ ਕੌਲੀ ਲੈ ਕੇ ਵਾਪਸ ਆਇਆ, ਸੁਸ਼ੀਲ ਮੰਜੇ ਤੋਂ ਉੱਠਿਆ, ਬੋਲਿਆ, "ਮੇਰਾ ਪੇਟ ਦਰਦ ਹੁਣ ਠੀਕ ਹੋ ਗਿਆ, ਮੈਨੂੰ ਲੱਗਦਾ ਹੈ ਵੀ ਮੈਂ ਸਕੂਲ ਚਲੇ ਜਾਵਾਂਗਾ, ਹੁਣ ਮੈਨੂੰ ਕੋਈ ਮੁਸ਼ਕਲ ਨਹੀਂ ਆਊਗੀ." No, said his father. "Just drink this up and rest." He forced the boy to swallow the medicine. Swallow ਹੁੰਦਾ ਲੰਘਾਉਣਾ, ਜਿਵੇਂ ਆਪਾਂ ਪਾਣੀ ਅੰਦਰ ਲੰਘਾਉਂਦੇ ਉਹਦੇ ਵਾਸਤੇ ਸਵੈਲੋ ਵਰਡ ਯੂਜ਼ ਹੁੰਦਾ, ਜਾਂ ਕੋਈ ਦਵਾਈ ਖਾਂਦੇ ਜਾਂ ਕੁਛ ਵੀ ਖਾਂਦੇ ਆ ਉਹਦੇ ਲਈ ਸਵੈਲੋ ਵਰਡ ਯੂਜ਼ ਹੁੰਦਾ। ਲੌਕ ਦਾ ਡੋਰ ਅਗੇਨ ਐਂਡ ਲੈਫਟ। ਨਹੀਂ, ਉਸਦੇ ਪਿਤਾ ਨੇ ਕਿਹਾ, ਬਸ ਇਸ ਨੂੰ ਪੀਓ ਅਤੇ ਆਰਾਮ ਕਰੋ। ਉਸਨੇ ਲੜਕੇ ਨੂੰ ਦਵਾਈ ਨਿਗਲਣ ਲਈ ਮਜਬੂਰ ਕੀਤਾ, ਦੁਬਾਰਾ ਦਰਵਾਜ਼ਾ ਬੰਦ ਕੀਤਾ ਅਤੇ ਚਲੇ ਗਏ। Sushil cried the whole day and thought, "If only I were as old as my father, I could do just as I pleased. No one could lock me up." ਸੁਸ਼ੀਲ ਸਾਰਾ ਦਿਨ ਚੀਕਦਾ ਰਿਹਾ, ਬੰਦ ਕਰਤਾ ਸੀ ਅੰਦਰ ਨਾ, ਸੋਚਦਾ ਰਿਹਾ, ਕਾਸ਼ ਮੈਂ ਆਪਣੇ ਪਿਤਾ ਜਿੰਨਾ ਵੱਡਾ ਹੁੰਦਾ, ਵੀ ਜਿੱਦਾਂ ਮੇਰੇ ਪਿਤਾ ਜੀ ਮੈਂ ਐਡਾ ਹੁੰਦਾ, ਮੈਂ ਵੀ ਉਵੇਂ ਕਰ ਸਕਦਾ ਜਿਵੇਂ ਮੈਂ ਚਾਹੁੰਦਾ ਸੀ, ਕੋਈ ਵੀ ਮੈਨੂੰ ਇੱਦਾਂ ਬੰਦ ਨਹੀਂ ਕਰ ਸਕਦਾ। His father sat outside thinking, "My parents pampered me too much." ਪੈਂਪਰ ਦਾ ਮਤਲਬ ਹੁੰਦਾ ਵੀ ਪਾਲਣ ਪੋਸ਼ਣ ਕਰਨਾ, ਵਿਗਾੜਨਾ। "That's why I didn't get proper education. If I get back my childhood, this time I'd study properly and not waste time." Now the lady of wishes happened to pass that house and heard what the father and the son said. "Well, let me make their wishes come true for some time and see what happens." ਹੁਣ ਕੀ ਹੁੰਦਾ ਆ, ਅੰਦਰ ਪੁੱਤ ਇਹ ਸੋਚਦਾ ਵੀ ਮੈਂ ਪਿਤਾ ਜਿੱਡਾ ਵੱਡਾ ਹੁੰਦਾ ਅਤੇ ਮੈਨੂੰ ਕੋਈ ਲੋਕ ਨਹੀਂ ਕਰ ਸਕਦਾ ਸੀ, ਅਤੇ ਬਾਹਰ ਪਿਤਾ ਜਿਹੜਾ ਬੈਠਾ ਉਹ ਸੋਚਦਾ ਸੀ
ਵੀ ਮੇਰੇ ਮਾਪਿਆਂ ਨੇ ਮੈਨੂੰ ਜ਼ਿਆਦਾ ਪਰੇਸ਼ਾਨ ਕੀਤਾ, ਜ਼ਿਆਦਾ ਵਿਗਾੜ ਦਿੱਤਾ, ਜਿਸ ਕਰਕੇ ਮੈਂ ਸਹੀ ਸਿੱਖਿਆ ਨਹੀਂ ਪ੍ਰਾਪਤ ਕਰ ਸਕਿਆ। ਅਤੇ ਜੇਕਰ ਮੈਨੂੰ ਆਪਣਾ ਬਚਪਨ ਵਾਪਸ ਮਿਲ ਜਾਏ ਇਸ ਵਾਰ ਮੈਂ ਸਹੀ ਢੰਗ ਨਾਲ ਪੜ੍ਹੂੰਗਾ ਅਤੇ ਸਮਾਂ ਬਰਬਾਦ ਨਹੀਂ ਕਰੂੰਗਾ। ਉਸੇ ਵੇਲੇ ਕਿਤੇ ਕੁਦਰਤੀ ਉੱਥੋਂ ਇੱਛਾ ਦੀ ਦੇਵੀ, ਜਿਹੜੀਆਂ ਇੱਛਾ ਲੋਕਾਂ ਦੀਆਂ ਪੂਰੀ ਕਰਦੀ ਆ, ਲੰਘ ਰਹੀ ਸੀ। ਉਹਨੇ ਸੁਣਿਆ ਦੋਵਾਂ ਦੀ ਗੱਲ, ਤਾਂ ਉਹਦੇ ਮਨ 'ਚ ਇਹ ਹੋਇਆ ਵੀ ਚਲੋ ਮੈਂ ਇਹਨਾਂ ਦੀ ਇੱਛਾ ਪੂਰੀ ਕਰਦੀ ਹਾਂ ਅਤੇ ਫਿਰ ਦੇਖਦੇ ਹਾਂ ਵੀ ਕੀ ਹੁੰਦਾ ਹੈ। ਸੋ ਸ਼ੀ ਅਪੀਅਰਡ ਬਿਫੋਰ ਦਾ ਫਾਦਰ ਐਂਡ ਟੋਲਡ ਹਿਮ, ਯੂ ਵਿਲ ਹੈਵ ਵਟ ਯੂ ਵਾਂਟ, ਟੂਮੋਰੋ ਯੂ ਵਿਲ ਬੀ ਯੂਅਰ ਸਨਜ਼ ਏਜ। To the son she said, you will be as old as your father tomorrow. Both of them were happy to hear this. ਇਸ ਲਈ ਉਹ ਪਿਤਾ ਦੇ ਸਾਹਮਣੇ ਗਈ। ਉਹਨੇ ਕਿਹਾ ਵੀ ਜੋ ਤੁਸੀਂ ਚਾਹੁੰਦੇ ਹੋ ਤੁਹਾਡੇ ਕੋਲ ਹੋਵੇਗਾ, ਕੱਲ੍ਹ ਤੁਸੀਂ ਆਪਣੇ ਪੁੱਤਰ ਦੀ ਉਮਰ ਦੇ ਹੋਗੇ। ਅਤੇ ਸੁਸ਼ੀਲ ਕੋਲ ਉਹਦੇ ਪੁੱਤਰ ਕੋਲ ਜਾਂਦੀ, ਉਹਨੂੰ ਕਹਿੰਦੀ ਕੱਲ੍ਹ ਤੂੰ ਆਪਣੇ ਪਿਤਾ ਦੇ ਵਾਂਗ ਬੁੱਢਾ ਹੋਏਗਾ। ਇਹ ਸੁਣ ਕੇ ਦੋਵੇਂ ਖੁਸ਼ ਹੋਏ ਵੀ ਲੈ ਸਾਡੀ ਜੋ ਗੱਲ ਅਸੀਂ ਮੰਨਦੇ ਹੀ ਸੋਚ ਰਹੇ ਸੀਗੇ ਪੂਰੀ ਹੋ ਜਾਣੀ। Old Subal Chandra did not sleep well at night. He fell asleep only toward the morning. But today a strange thing happened. He leaped out of the bed at the crack of the dawn. Dawn ਹੁੰਦਾ ਸਵੇਰ ਜਦੋਂ ਦਿਨ ਚੜ੍ਹਦਾ ਆਪਾਂ ਉੱਠਦੇ ਹਾਂ ਉਸ ਵੇਲੇ ਜਿਹੜਾ ਟਾਈਮ ਹੁੰਦਾ ਉਹਨੂੰ ਡਾਊਨ ਕਹਿੰਦੇ ਆ। He discovered that he had become very small. He had got back all teeth and lost his beard ਹੁੰਦਾ ਦਾੜੀ, and moustache ਹੁੰਦਾ ਮੁੱਛਾਂ। His clothes were now much too big for him. ਬੁੱਢੇ ਸੁਬਲ ਚੰਦਰ ਨੂੰ ਰਾਤ ਨੂੰ ਚੰਗੀ ਤਰ੍ਹਾਂ ਨੀਂਦ ਨਹੀਂ ਆਈ। ਸਵੇਰੇ ਨੀਂਦ ਨੂੰ ਆ ਗਈ, ਸੌਂ ਗਿਆ। ਪਰ ਅੱਜ ਇੱਕ ਅਜੀਬ ਗੱਲ ਵਾਪਰੀ। ਉਹ ਸਵੇਰੇ ਜਦੋਂ ਉੱਠਿਆ ਮੰਜੇ ਤੋਂ ਛਾਲ ਮਾਰ ਕੇ ਬਾਹਰ ਆਇਆ, ਉਹਨੇ ਦੇਖਿਆ ਵੀ ਉਹ ਬਹੁਤ ਛੋਟਾ ਹੋ ਗਿਆ, ਕਿਉਂਕਿ ਇੱਛਾ ਦੀ ਦੇਵੀ ਨੇ ਉਹਨਾਂ ਦੀ ਇੱਛਾ ਪੂਰੀ ਕਰਤੀ ਸੀ ਨਾ। ਪਿਓ ਨੂੰ ਕਿਹਾ ਸੀ ਵੀ ਤੂੰ ਪੁੱਤ ਦੀ ਉਮਰ ਜਾ ਹੋ ਜਾਏਗਾ, ਤਾਂ ਉਹ ਪੁੱਤ ਦੀ ਉਮਰ ਦਾ ਹੋ ਗਿਆ, ਛੋਟਾ ਹੋ ਗਿਆ। ਉਹਦੇ ਸਾਰੇ ਦੰਦ ਵਾਪਸ ਆ ਗਏ, ਕਿਉਂਕਿ ਬੁੱਢਾ ਹੀ ਦੰਦ ਟੁੱਟੇ ਹੋਏ ਸਾਰੇ ਨਿਕਲੇ ਹੋਏ ਸੀ, ਉਹ ਸਾਰੇ ਦੰਦ ਵਾਪਸ ਆ ਜਾਂਦੇ ਆ। ਉਹਦੀ ਦਾੜੀ ਜਿਹੜੀ ਚਿੱਟੀ ਸੀ, ਮੁੱਛਾਂ ਸੀਗੀਆਂ, ਉਹ ਸਭ ਗਾਇਬ ਹੋ ਜਾਂਦੀਆਂ। ਉਸਦੇ ਕੱਪੜੇ ਹੁਣ ਬਹੁਤ ਵੱਡੇ ਹੋ ਗਏ ਸਨ, ਕਿਉਂਕਿ ਕੱਪੜੇ ਤਾਂ ਉਹੀ ਰਾਤ ਵਾਲੇ ਪਾਏ ਸੀ ਅਤੇ ਆਪ ਉਹ ਛੋਟਾ ਹੋ ਗਿਆ ਸੀ, ਇਸ ਕਰਕੇ ਕੱਪੜੇ ਵੀ ਜਿਹੜੇ ਵੱਡੇ ਹੋ ਗਏ ਸੀ। Meanwhile our Sushil Chandra just could not get up today. When at last he was woken up by his father's shouts, he found that he had grown so much overnight that his clothes had burst their seams. Seams ਹੁੰਦਾ ਸਿਲਾਈਆਂ, ਕੱਪੜਿਆਂ ਨੂੰ ਜਿਹੜੀ ਸਿਲਾਈ ਲੱਗਦੀ ਉਹਨੂੰ seams ਕਹਿੰਦੇ ਆ। His face was covered with grey stubble. He had also become bald. Bald ਹੁੰਦਾ ਗੰਜਾ, stubble ਹੁੰਦਾ ਛੋਟੇ ਛੋਟੇ ਵਾਲ, ਜਿਹਨੇ ਦੇ ਵਾਲ ਜਿਹੜੇ ਗ੍ਰੇ ਮਤਲਬ ਭੂਰੇ ਜਾਂ ਚਿੱਟੇ ਵਾਲ ਹੋ ਗਏ ਸੀ। ਅੱਗੇ ਤੋਂ ਬੱਚਾ ਸੀ ਨਾ, ਕਾਲੇ ਸੀ ਵਾਲ, ਜੇ ਥੋੜ੍ਹੇ ਬਹੁਤ ਜਿਹੜੇ ਸੀਗੇ ਉਹ ਇੱਦਾਂ ਦੇ ਸੀ। He did not feel like getting up at all. He yawned ਹੁੰਦਾ ਬਸ ਹੀ ਲੈਣਾ, again. The noise by his father finally made him get up. ਇਸੇ ਦੌਰਾਨ ਸੁਬਲ ਚੰਦਰ ਜਿਹੜਾ ਉਹ ਸੁੱਤਾ ਰਿਹਾ, ਸਵੇਰੇ ਉਹਨੂੰ ਜਾਗ ਨਹੀਂ ਆਈ। ਆਖੀਰ ਉਹਦੇ ਪਿਤਾ ਦੀਆਂ ਚੀਕਾਂ ਨੇ, ਰੌਲੇ ਨੇ ਉਹਨੂੰ ਉਠਾਇਆ। ਉਹ ਰਾਤੋਂ ਰਾਤ ਇੰਨਾ ਵੱਧ ਗਿਆ ਸੀ ਵੀ ਉਹਦੇ ਕੱਪੜੇ ਫਟ ਗਏ। ਉਹ ਛੋਟੇ ਕੱਪੜੇ ਪਾਏ ਸੀ, ਬੱਚੇ ਵਾਲੇ ਸੀਗੇ। ਜਦੋਂ ਵੱਡਾ ਹੋ ਗਿਆ ਅਤੇ ਕੱਪੜੇ ਫਟ ਗਏ ਉਹਦੇ। ਉਹਦਾ ਚਿਹਰਾ ਸਲੇਟੀ ਪਰਾਲੀ ਨਾਲ ਢਕਿਆ ਹੋਏਗਾ, ਸਲੇਟੀ ਪਰਾਲੀ, ਕਿਉਂਕਿ ਚਿਹਰੇ 'ਤੇ ਉਹਦੀ ਜਿਹੜੀ ਆ ਬੁੱਢਾ ਜੋ ਹੋ ਗਿਆ ਸੀ ਨਾ, ਉਮਰ ਉਹਦੀ ਬੁੱਢੀ ਜ਼ਿਆਦਾ ਹੋ ਗਈ ਸੀ ਅਤੇ ਵਾਲ ਜਿਹੜੇ ਸਾਰੇ ਮੁੱਛਾਂ ਦਾੜੀ ਆ ਗਈ ਸੀ, ਚਿੱਟੀ ਹੋ ਗਈ ਸੀ, ਗੰਜਾ ਹੋ ਗਿਆ ਸੀ, ਵਾਲ ਸਿਰ ਦੇ ਹੈ ਨਹੀਂ ਸੀ। ਉਹ ਬਿਲਕੁਲ ਵੀ ਉੱਠਣਾ ਨਹੀਂ ਚਾਹੁੰਦਾ ਸੀ ਅਤੇ ਬਾਰ ਉਬਾਸੀ ਲੈ ਰਿਹਾ ਸੀ, ਪਰ ਉਹਦਾ ਪਿਤਾ ਬਾਹਰ ਰੌਲਾ ਪਾ ਰਿਹਾ ਸੀ, ਇਸ ਕਰਕੇ ਉਹਨੂੰ ਉੱਠਣਾ ਪਿਆ। Their wishes has come true, but it only made trouble for them. Sushil had always imagined that if he grew up and be free like his father, he would climb trees, dive into pools, eat green mangoes, plunder birds' nests, roam around all day long. He would come home and eat whatever he liked. ਉਹਨਾਂ ਦੀ ਇੱਛਾਵਾਂ ਪੂਰੀਆਂ ਹੋ ਗਈਆਂ ਸਨ, ਪਰ ਉਹਨਾਂ ਲਈ ਮੁਸੀਬਤ ਬਣ ਗਈਆਂ। ਸੁਸ਼ੀਲ ਹਮੇਸ਼ਾ ਚਾਹੁੰਦਾ ਸੀਗਾ ਜਦੋਂ ਵੱਡਾ ਹੋਇਆ, ਆਪਣੇ ਪਿਤਾ ਵਾਂਗ ਆਜ਼ਾਦ ਹੋਇਆ, ਤਾਂ ਦਰੱਖਤਾਂ 'ਤੇ ਚੜ੍ਹੂਗਾ, ਤਲਾਬ ਦੇ ਵਿੱਚ ਡੁਬਕੀ ਲਗਾਊਗਾ, ਹਰੇ ਅੰਬ ਖਾਊਗਾ, ਪੰਛੀਆਂ ਦੇ ਆਲ੍ਹਣਿਆਂ ਦੇ ਵਿੱਚੋਂ ਆਂਡੇ ਲੁੱਟੂਗਾ, ਸਾਰਾ ਦਿਨ ਘੁੰਮਦਾ ਰਹੂਗਾ ਅਤੇ ਜੋ ਜੀ ਕਰੂਗਾ ਉਹ ਖਾਊਗਾ। ਵਟ ਐਵਰ ਹੀ ਲਾਈਕਡ, ਵਿਦ ਨੋ ਵਨ ਟੂ ਸਕੋਲਡ ਹਿਮ। ਸਕੋਲਡ ਹੁੰਦਾ ਝਿੜਕਣਾ, ਗਾਲਾਂ ਕੱਢਣੀਆਂ। But strange to say, that morning he did not want to climb a tree.
He did not want to swim either. He thought he would catch cold and have fever. He rolled out a mat and sat there thinking quietly to himself. ਜੋ ਵੀ ਉਹਨੂੰ ਪਸੰਦ ਸੀ ਉਹ ਖਾਣਾ ਚਾਹੁੰਦਾ ਸੀ, ਕਿਉਂਕਿ ਹੁਣ ਵੱਡਾ ਹੋ ਗਿਆ ਸੀ, ਕੋਈ ਉਹਨੂੰ ਝਿੜਕਣ ਵਾਲਾ ਨਹੀਂ ਸੀ। ਪਰ ਇਹ ਕਹਿਣਾ ਅਜੀਬ ਹੈ ਕਿ ਸਵੇਰ ਤੋਂ ਦਰਖਤ ਵਿੱਚ ਨਹੀਂ ਚੜ੍ਹਨਾ ਚਾਹੁੰਦਾ ਸੀ। ਅੱਗੇ ਜਦੋਂ ਛੋਟਾ ਸੀ ਉਹਦੇ ਮਨ 'ਚ ਇੱਛਾ ਸੀ ਜਦੋਂ ਵੱਡਾ ਹੋਊਗਾ ਮੈਂ ਦਰਖਤਾਂ 'ਤੇ ਚੜ੍ਹੂੰਗਾ, ਪਰ ਹੁਣ 'ਚ ਮਨ 'ਚ ਇੱਛਾ ਨਹੀਂ ਦਰਖਤ 'ਤੇ ਚੜ੍ਹਨ ਦੀ। ਤੈਰਨਾ ਵੀ ਨਹੀਂ ਚਾਹੁੰਦਾ ਸੀ। ਉਹਨੇ ਸੋਚਿਆ ਕਿ ਉਹਨੂੰ ਠੰਡ ਲੱਗ ਜਾਵੇਗੀ ਅਤੇ ਬੁਖਾਰ ਹੋ ਜਾਊਗਾ, ਇਸ ਕਰਕੇ ਉਹ ਤੈਰਨ ਵੀ ਨਹੀਂ ਗਿਆ। ਬੁੱਢਾ ਜੋ ਹੋ ਗਿਆ ਸੀ। ਉਸਨੇ ਇੱਕ ਚਟਾਈ ਬਾਹਰ ਕੱਢੀ ਅਤੇ ਬੈਠ ਗਿਆ, ਚੁੱਪਚਾਪ ਆਪਣੇ ਆਪ ਸੋਚ ਰਿਹਾ ਸੀ। Once he thought he should not give up all game suddenly, he should at least try. So he got up and tried to climb an amra tree nearby. As soon as he tried to pull himself up by a thin branch, it broke under his weight and he fell to the ground. ਹੁਣ ਪਹਿਲਾਂ ਜਦੋਂ ਬੱਚਾ ਸੀ ਬਹੁਤ ਸਾਰੀਆਂ ਗੇਮਾਂ ਖੇਡਦਾ ਸੀ, ਦਰਖਤਾਂ 'ਤੇ ਚੜ੍ਹਦਾ ਸੀ। ਉਹਨੇ ਸੋਚਿਆ ਵੀ ਮੈਨੂੰ ਇੱਕ ਅੱਧੀ ਚੀਜ਼ ਤਾਂ ਟਰਾਈ ਕਰਨੀ ਚਾਹੀਦੀ, ਗੇਮ ਇੱਕ ਅੱਧੀ। ਉਹਨੇ ਕੋਸ਼ਿਸ਼ ਕੀਤੀ ਇੱਕ ਦਰਖਤ 'ਤੇ ਚੜ੍ਹਨ ਦੀ। ਦਰਖਤ ਦੀ ਟਾਹਣੀ ਟੁੱਟ ਗਈ, ਉਹ ਹੇਠਾਂ ਡਿੱਗ ਪਿਆ। Passer-by laughed loudly to see the old man playing childish pranks. With lowered head, he came back to his mat on the porch, called the servant and said, "Boy, bring me a rupee's worth of toffees from the market." ਜਦੋਂ ਰਾਹ 'ਚ ਜਾਣ ਵਾਲਿਆਂ ਨੇ ਦੇਖਿਆ ਵੀ ਇੱਕ ਬੁੱਢਾ ਆਦਮੀ ਦਰਖਤ 'ਤੇ ਚੜ੍ਹਦਾ ਪਿਆ, ਉਹਨਾਂ ਉਹਦੇ 'ਤੇ ਡਿੱਗ ਪਿਆ ਅਤੇ ਉਹ ਦੇਖ ਕੇ ਹੱਸ ਪਿਆ। ਸਿਰ ਨੀਵਾਂ ਕਰਕੇ ਵਾਪਸ ਬਰਾਂਡੇ 'ਚ ਆ ਕੇ ਚਟਾਈ 'ਤੇ ਬਹਿ ਗਿਆ। ਉਹਨੇ ਆਪਣੇ ਨੌਕਰ ਨੂੰ ਸੱਦਿਆ, ਰੁਪਈਆ ਦਿੱਤਾ। ਉਹਨੇ ਕਿਹਾ ਵੀ ਜਾ ਬਾਜ਼ਾਰੋਂ ਜਾ ਕੇ ਟੌਫੀਆਂ ਲੈ ਕੇ ਆ। Sushil had always been fond of toffees. Every day at the shop near the school he saw sweets of many colors, brought some whenever he was given a few paisa. He had always dreamt of stuffing his pockets with them when he had lot of money. Sushil ਹਮੇਸ਼ਾ ਟੌਫੀਆਂ ਦਾ ਸ਼ੌਕੀਨ ਸੀ। ਜਦੋਂ ਵੀ ਸਕੂਲ ਦੇ ਕੋਲ ਜਿਹੜੀ ਦੁਕਾਨ ਸੀ ਉੱਤੇ ਰੰਗ ਬਰੰਗੀਆਂ ਮਠਿਆਈਆਂ ਦੇਖਦਾ ਉਹਦਾ ਦਿਲ ਕਰਦਾ ਸੀ ਖਾਣ ਨੂੰ। ਜਦੋਂ ਉਹਦੇ ਕੋਲ ਪੈਸੇ ਹੁੰਦੇ ਸੀ ਤਾਂ ਖਾਂਦਾ ਸੀ। ਉਸਨੇ ਹਮੇਸ਼ਾ ਉਹਨਾਂ ਦੀਆਂ ਜੇਬਾਂ ਉਹਨਾਂ ਨਾਲ ਭਰਨ ਦਾ ਸੁਪਨਾ ਦੇਖਿਆ ਸੀਗਾ। ਜਦੋਂ ਵੀ ਉਸ ਕੋਲ ਬਹੁਤ ਸਾਰੇ ਪੈਸੇ ਹੋਣ, ਜਾਣੀ ਜਦੋਂ ਵੀ ਉਹ ਸੋਚਦਾ ਸੀ ਮੇਰੇ ਕੋਲ ਪੈਸੇ ਹੋਣਗੇ ਤਾਂ ਮੈਂ ਜਿੰਨੀਆਂ ਰੰਗ ਬਰੰਗੀਆਂ ਮਠਿਆਈਆਂ ਸਾਰੀਆਂ ਨਾਲ ਜੇਬਾਂ ਆਪਣੀਆਂ ਭਰ ਲੂੰਗਾ। Today his servant brought him a whole rupee's worth. He took a piece and started eating it, but the old man did not care for children's sweet. Let me give them to my child father, he thought, but at once decided no, it will make the boy sick. ਹੁਣ ਅੱਜ ਉਹਦਾ ਨੌਕਰ ਉਹਦੇ ਲਈ ਰੁਪਈਏ ਦੀਆਂ ਟੌਫੀਆਂ ਲੈ ਕੇ ਆਇਆ। ਉਹਨੇ ਖਾਣੀਆਂ ਸ਼ੁਰੂ ਕੀਤੀਆਂ, ਪਰ ਉਹਨੂੰ ਇੰਨੀ ਵਧੀਆ ਨਹੀਂ ਲੱਗੀਆਂ। ਉਹਨੇ ਪਰਵਾਹ ਨਹੀਂ ਕੀਤੀ, ਉਹਨੂੰ ਪਹਿਲੀ ਵਾਲੀ ਗੱਲ ਨਹੀਂ ਰਹੀ ਸੀ। ਉਹਨੇ ਸੋਚਿਆ ਵੀ ਮੈਂ ਆਪਣੇ ਪਿਤਾ ਨੂੰ ਦਊਂਗਾ, ਜਿਹੜਾ ਹੁਣ ਛੋਟਾ ਹੋ ਗਿਆ, ਜਿਹੜਾ ਹੁਣ ਬੱਚਾ ਬਣ ਗਿਆ, ਉਹਨੂੰ ਦਊਂਗਾ, ਉਹਨੂੰ ਸਵਾਦ ਲੱਗੂ। ਫਿਰ ਉਹਨੇ ਸੋਚਿਆ ਨਹੀਂ, ਜੇ ਮੈਂ ਉਹਨੂੰ ਦਊਂਗਾ ਤਾਂ ਉਹ ਖਾ ਕੇ ਬਿਮਾਰ ਹੋ ਜਾਊ, ਨਹੀਂ ਦੇਣੀਆਂ। All the little boys who had played kabaddi with Sushil till yesterday came as usual, saw the old man and ran away. Sushil had always thought he would play kabaddi with his friends all day long if he were as free as his father. But now the sight of them only irritated him. Irritate ਮਤਲਬ ਹੁੰਦਾ ਵੀ ਚਿੜ ਜਾਣਾ ਜਾਂ ਪਰੇਸ਼ਾਨ ਹੋਣਾ, ਤੰਗ ਹੋਣਾ। I'm sitting in peace, he thought, and here come these boys to bother me. ਕੱਲ੍ਹ ਤੱਕ ਸੁਸ਼ੀਲ ਨਾਲ ਕਬੱਡੀ ਖੇਡਣ ਵਾਲੇ ਸਾਡੇ ਛੋਟੇ ਬੱਚਿਆਂ ਨੂੰ ਆਮ ਵਾਂਗ ਉਸ ਬੁੱਢੇ, ਕਿਉਂਕਿ ਉਹ ਖੇਡਣ ਸੁਸ਼ੀਲ ਨਾਲ ਆਉਂਦੇ ਸੀ, ਉਹਨੇ ਦੇਖਿਆ ਵੀ ਇੱਕ ਬੁੱਢਾ ਬੰਦਾ ਬੈਠਾ, ਉਹਨੂੰ ਦੇਖ ਕੇ ਭੱਜ ਗਏ। ਜਦ ਕਿ ਸੁਸ਼ੀਲ ਸੋਚਦਾ ਸੀ ਜਦੋਂ ਵੱਡਾ ਹੋਊਗਾ ਆਪਣੇ ਦੋਸਤਾਂ ਨਾਲ ਸਾਰਾ ਦਿਨ ਕਬੱਡੀ ਖੇਡੂਗਾ, ਘੁੰਮਦਾ ਰਹੂਗਾ, ਪਰ ਹੁਣ ਉਹ ਪਰੇਸ਼ਾਨ ਹੋ ਗਿਆ ਸੀ। ਉਹਨੇ ਸੋਚਿਆ ਵੀ ਇਹ ਬੱਚੇ ਆ ਗਏ ਵੀ ਮੈਂ ਬੜੇ ਆਰਾਮ ਨਾਲ ਸ਼ਾਂਤੀ ਨਾਲ ਬੈਠਾ ਸੀ, ਇਹ ਮੈਨੂੰ ਹੁਣ ਤੰਗ ਕਰਦੇ ਪਏ ਆ। ਉਹਨਾਂ ਬੱਚਿਆਂ ਨਾਲ ਉਹ ਉਦੋਂ ਖੇਡਦਾ ਸੀ, ਹੁਣ ਉਹਨੂੰ ਐਂ ਲੱਗਦਾ ਸੀ ਨਹੀਂ ਇਹ ਮੈਨੂੰ ਪਰੇਸ਼ਾਨ ਕਰਦੇ ਪਏ। Subal Chandra had the habit of sitting on the porch on his mat and each day and think, when I was young, I wasted my time in mischief. Mischief ਹੁੰਦਾ ਸ਼ਰਾਰਤਾਂ। If I get my childhood back, I would shut myself in my room and study quietly all day. But after getting his childhood, he did not like going to school. Sushil would ask him in the morning. ਸੁਸ਼ੀਲ ਨੂੰ ਚਟਾਈ 'ਤੇ ਬੈਠਣ ਦੀ ਆਦਤ ਸੀ, ਤਾਂ ਉਹਨੇ ਸੋਚਿਆ ਵੀ ਜਦੋਂ ਮੈਂ ਬੱਚਾ ਸੀ ਤਾਂ ਸ਼ਰਾਰਤਾਂ ਵਿੱਚ ਸਮਾਂ ਕੱਢ ਦਿੱਤਾ,
ਜੇ ਮੈਨੂੰ ਬਚਪਨ ਆਪਣਾ ਵਾਪਸ ਮਿਲ ਜਾਵੇ ਤਾਂ ਮੈਂ ਮਿਹਨਤ ਕਰਾਂ, ਆਪਣੇ ਆਪ ਨੂੰ ਕਮਰੇ 'ਚ ਬੰਦ ਕਰ ਲਾਂ, ਸਾਰਾ ਦਿਨ ਪੜ੍ਹਦਾ ਰਹਾਂ। ਪਰ ਹੁਣ ਬਚਪਨ ਉਹਨੂੰ ਮਿਲ ਗਿਆ ਸੀ, ਪਰ ਉਹ ਸਕੂਲ ਨਹੀਂ ਜਾਣਾ ਚਾਹੁੰਦਾ ਸੀ। ਸੁਸ਼ੀਲ ਉਸ ਵੇਲੇ ਪੁੱਛਦਾ, ਬਾਬਾ ਕੀ ਤੁਸੀਂ ਸਕੂਲ ਨਹੀਂ ਜਾਣਾ? ਉਹਨੂੰ ਪੁੱਛਦਾ ਕਿਉਂਕਿ ਉਹ ਛੋਟਾ ਹੋ ਗਿਆ ਸੀ ਨਾ। ਉਹਨੇ ਸਿਰ ਆਪਣਾ ਖੁਰਕਣ ਲੱਗ ਪਿਆ, ਅੱਖਾਂ ਨੂੰ ਇੱਧਰ ਉੱਧਰ ਕਰਦਾ ਰਿਹਾ, ਕਿਉਂਕਿ ਉਹਨੂੰ ਸਕੂਲ ਜਾਣਾ ਪਸੰਦ ਨਹੀਂ ਸੀ, ਇਸ ਕਰਕੇ ਉਹ ਇਹ ਸਾਰਾ ਕੁਛ ਕਰਦਾ ਸੀ। ਕਿਹਾ, ਬਾਬਾ ਯੂ ਵਾਂਟ ਯੂ ਗੋ ਟੂ ਸਕੂਲ? Subal would scratch his head, lower his eyes and say, I have got tummy ache, I can't go to school. Sushil would grow angry at this. Oh, can't you? I also had lot of tummy aches in my days when it was my time to go to school. I know your tricks. Tricks ਹੁੰਦਾ ਚਾਲਾਂ। ਕਹਿੰਦਾ ਬਾਬਾ ਤੂੰ ਸਕੂਲ ਨਹੀਂ ਜਾਵੇਂਗਾ? ਸੁਬਲ ਨੇ ਆਪਣਾ ਸਿਰ ਖੁਰਕਿਆ, ਅੱਖਾਂ ਨੀਵੀਆਂ ਕੀਤੀਆਂ ਤੇ ਕਿਹਾ, ਮੇਰੇ ਪੇਟ ਵਿੱਚ ਦਰਦ ਹੋ ਗਿਆ ਆ, ਮੈਂ ਸਕੂਲ ਨਹੀਂ ਜਾ ਸਕਦਾ। ਸੁਸ਼ੀਲ ਇਸ ਗੱਲ 'ਤੇ ਗੁੱਸੇ ਵਿੱਚ ਆ ਗਿਆ। ਉਹ ਤੁਸੀਂ ਇਹ ਨਹੀਂ ਕਰ ਸਕਦੇ, ਉਹਨੇ ਕਿਹਾ। ਮੈਂ ਆਪਣੇ ਦਿਨਾਂ ਦੇ ਵਿੱਚ ਜਦੋਂ ਮੈਂ ਛੋਟਾ ਹੁੰਦਾ ਸੀ, ਮੈਂ ਵੀ ਇਹ ਬਹਾਨੇ ਲਾਉਂਦਾ ਸੀ, ਮੈਨੂੰ ਪਤਾ ਵੀ ਸਾਰੀਆਂ ਚਾਲਾਂ ਆ, ਬਹਾਨੇ ਆ, ਕੋਈ ਪੇਟ ਨਹੀਂ ਦਰਦ ਹੋ ਰਿਹਾ। Sushil began sending his little father to school by force. On returning home, Subal wanted to run about and play. But at that time, old Subal wanted to put on his glasses and read aloud from the Ramayana in a sing-song voice. Subal's noisy game disturbed him, so he would make Subal sit down with his slate and do sums. ਸੁਸ਼ੀਲ ਨੇ ਆਪਣੇ ਛੋਟੇ ਪਿਤਾ ਨੂੰ ਜ਼ਬਰਦਸਤੀ ਸਕੂਲ ਭੇਜਣਾ ਸ਼ੁਰੂ ਕਰ ਦਿੱਤਾ। ਘਰ ਵਾਪਸ ਪਰਤਣ 'ਤੇ ਸੁਬਲ ਦੌੜਨਾ ਅਤੇ ਖੇਡਣਾ ਚਾਹੁੰਦਾ ਸੀ, ਯਾਨੀ ਉਹਦਾ ਪਿਤਾ ਜਿਹੜਾ ਛੋਟਾ ਹੋ ਗਿਆ ਸੀ, ਦੌੜਨਾ ਅਤੇ ਖੇਡਣਾ ਚਾਹੁੰਦਾ ਸੀ। ਪਰ ਉਸ ਸਮੇਂ ਬੁੱਢਾ ਸੁਬਲ ਆਪਣੀਆਂ ਐਨਕਾਂ ਪਾਉਣਾ ਚਾਹੁੰਦੇ ਸਨ ਅਤੇ ਰਮਾਇਣ ਨੂੰ ਉੱਚੀ ਆਵਾਜ਼ ਵਿੱਚ ਪੜ੍ਹਨਾ ਚਾਹੁੰਦੇ ਸਨ। ਉਹ ਰਮਾਇਣ ਨੂੰ ਪੜ੍ਹਨਾ ਚਾਹੁੰਦਾ ਸੀ। ਸੁਬਲ ਦਾ ਰੌਲਾ ਪਾਉਣ ਵਾਲੀਆਂ ਖੇਡਾਂ ਨੇ ਉਸ ਨੂੰ ਪਰੇਸ਼ਾਨ ਕਰਦਾ, ਇਸ ਲਈ ਸੁਬਲ ਨੂੰ ਆਪਣੀ ਸਲੇਟ ਨਾਲ ਬੈਠਣ ਲਈ ਅਤੇ ਸਵਾਲ ਕਰਨ ਲਈ ਉਹਨੇ ਕਿਹਾ। ਉਹਨੇ ਆਪਣੇ ਪਿਤਾ ਨੂੰ ਕਿਹਾ ਵੀ ਆਪਣੀ ਸਲੇਟ ਲਓ ਅਤੇ ਬਹਿ ਕੇ ਇੱਥੇ ਸਵਾਲ ਕਰੋ। They were such long sums that his father took a whole hour to do a single one. In the evening, a group of old men gathered in Sushil's room to play chess. To keep Subal quiet at that time, Sushil hired a tutor who kept Subal busy till 10 at night. ਉਹ ਇੰਨੇ ਲੰਬੇ ਸਵਾਲ ਸਨ ਕਿ ਉਸਦੇ ਪਿਤਾ ਨੇ ਇੱਕ ਸਵਾਲ ਕਰਨ ਵਿੱਚ 1 ਘੰਟਾ ਲਾ ਦਿੱਤਾ। ਸ਼ਾਮ ਨੂੰ ਬੁੱਢੇ ਆਦਮੀਆਂ ਦਾ ਇੱਕ ਗਰੁੱਪ ਆਇਆ ਸ਼ਤਰੰਜ ਖੇਡਣ ਲਈ। ਸੁਸ਼ੀਲ ਦੇ ਕਮਰੇ ਵਿੱਚ ਇਕੱਠਾ ਹੋਇਆ। ਸੁਬਲ ਉਸ ਵੇਲੇ ਰੌਲਾ ਪਾਉਣ ਦਿਆ ਸੀ। ਸੁਬਲ ਨੂੰ ਚੁੱਪ ਕਰਾਉਣ ਦੇ ਲਈ ਸੁਸ਼ੀਲ ਨੇ ਇੱਕ ਟਿਊਸ਼ਨ ਦੇਣ ਵਾਲਾ ਟੀਚਰ ਰੱਖ ਲਿਆ, ਜਿਹਨੇ ਉਹਨੂੰ 10 ਵਜੇ ਤੱਕ ਪੜ੍ਹਾਇਆ ਅਤੇ ਉਹਨੂੰ ਵਿਅਸਤ ਰੱਖਿਆ। Old Sushil too got into all kinds of trouble. Nothing he had liked as a child agreed with him any longer. He refused to take a dip in the pond. On doing it so, his joint grew stiff and swollen, and he got rheumatism that took 6 months to cure. Cure ਹੁੰਦਾ ਠੀਕ ਹੋਣਾ। ਪੁਰਾਣਾ ਸੁਸ਼ੀਲ ਵੀ ਹਰ ਤਰ੍ਹਾਂ ਨਾਲ ਮੁਸੀਬਤ ਵਿੱਚ ਫਸ ਗਿਆ ਸੀ, ਕਿਉਂਕਿ ਵੱਡਾ ਹੋ ਗਿਆ ਸੀ, ਹੁਣ ਫਸ ਗਿਆ। ਕੁਝ ਵੀ ਉਸਨੂੰ ਜੋ ਪਸੰਦ ਸੀ, ਉਹ ਜੋ ਦੂਜੇ ਬੱਚਿਆਂ ਨਾਲ ਮਿਲ ਕੇ ਉਹ ਕਰਦਾ ਸੀ, ਹੁਣ ਉਹਨੂੰ ਚੀਜ਼ ਉਹ ਪਸੰਦ ਹੀ ਨਹੀਂ ਰਹੀ, ਉਹ ਕਰਦਾ ਹੀ ਨਹੀਂ। ਉਹ ਛੱਪੜ ਵਿੱਚ ਜਾਂ ਤਲਾਬ ਵਿੱਚ ਡੁਬਕੀ ਲਾਉਂਦਾ ਸੀ। ਇਸ ਤਰ੍ਹਾਂ ਕਰਨ ਨਾਲ, ਕਿਉਂਕਿ ਉਹਨੇ ਸੋਚਿਆ ਸੀ ਜਦੋਂ ਮੈਂ ਵੱਡਾ ਹੋਊਂਗਾ ਤਾਂ ਮੈਂ ਪਾਣੀ ਦੇ ਵਿੱਚ ਡੁਬਕੀਆਂ ਲਾਊਂਗਾ, ਅਤੇ ਜਦੋਂ ਲਾਉਂਦਾ ਰਿਹਾ ਡੁਬਕੀਆਂ ਤਾਂ ਉਹਦੇ ਜੋੜ ਜਿਹੜੇ ਆ ਸਖਤ ਹੋ ਗਏ, ਸੁੱਜ ਗਏ, ਉਹਨੂੰ ਗਠੀਆ ਹੋ ਗਿਆ, ਜਿਹਨੂੰ ਠੀਕ ਹੋਣ ਨੂੰ 6 ਮਹੀਨੇ ਲੱਗ ਗਏ। After that he bathed once every 2 days with warm water, and do not let Subal bath in a pond either. If he jumped out of bed as he had done as a child, all his bone would ache. No sooner did he put a pan into his mouth than he found he had no teeth to chew it. Chew मतलब चबाना. By chance, if he took up a comb ਹੁੰਦਾ ਕੰਘੀ, he would be reminded that he had no hair left. ਇਸ ਤੋਂ ਬਾਅਦ ਉਹ ਹਰ 2 ਦਿਨ ਵਿੱਚ ਗਰਮ ਪਾਣੀ ਨਾਲ ਨਹਾਉਂਦਾ। ਸੁਬਲ ਨੂੰ ਤਲਾਬ ਵਿੱਚ ਨਹਾਉਣ ਨਹੀਂ ਦਿੰਦਾ ਸੀਗਾ ਉਹ, ਯਾਨੀ ਆਪਣੇ ਪਿਓ ਨੂੰ, ਜਿਹੜਾ ਛੋਟਾ ਗਿਆ, ਉਹਨੂੰ ਨਹਾਉਣ ਨਹੀਂ ਦਿੰਦਾ ਸੀ ਤਲਾਬ ਦੇ ਵਿੱਚ। ਜੇ ਉਹ ਬਿਸਤਰੇ 'ਤੇ ਛਾਲ ਮਾਰਦਾ ਹੈ ਤਾਂ ਉਹਨੂੰ ਜੋ ਉਸਨੇ ਬਚਪਨ ਵਿੱਚ ਕੀਤਾ ਹੈ ਤਾਂ ਉਸਦੀਆਂ ਸਾਰੀਆਂ ਹੱਡੀਆਂ ਦਰਦ ਕਰਨੀਆਂ, ਕਿਉਂਕਿ ਬਚਪਨ ਜੋ ਛੋਟਾ ਹੁੰਦਾ ਸੀਗਾ ਬਿਸਤਰੇ 'ਤੇ ਛਾਲਾਂ ਮਾਰਦਾ ਸੀ।
ਜੇ ਮੰਨ ਲਓ ਹੁਣ ਉਹ ਮਾਰੇ ਵੱਡਾ ਹੋ ਕੇ ਤੇ ਉਹਦੀਆਂ ਸਾਰੀਆਂ ਹੱਡੀਆਂ ਦੁਖਣ ਲੱਗ ਪੈਣੀਆਂ ਸੀ। ਜਲਦੀ ਹੀ ਉਸਨੇ ਆਪਣੇ ਮੂੰਹ ਵਿੱਚ ਇੱਕ ਪਿਆਜ਼ ਪਾ ਦਿੱਤਾ, ਯਾਨੀ ਉਹਨੇ ਪਿਆਜ਼ ਆਪਣੇ ਮੂੰਹ 'ਚ ਕੁਛ ਪਾਇਆ ਖਾਣ ਵਾਸਤੇ, ਪਿਆਜ਼ ਲਿਖਿਆ, ਪਾਨ ਲਿਖਿਆ, ਪਾਨ ਪਾਇਆ ਉਹਨੇ। ਅਤੇ ਬਾਅਦ 'ਚ ਉਹਨੂੰ ਪਤਾ ਲੱਗਾ ਵੀ ਮੇਰੇ ਤਾਂ ਦੰਦ ਹੀ ਹੈ ਨਹੀਂ ਕਿ ਮੈਂ ਪਾਨ ਕਿਵੇਂ ਖਾਊਂਗਾ। ਇਸੇ ਤਰ੍ਹਾਂ ਹੀ ਉਹਨੇ ਕੰਘੀ ਚੁੱਕੀ ਅਤੇ ਸਿਰ 'ਤੇ ਵਾਹੁਣ ਲੱਗਾ ਅਤੇ ਬਾਅਦ 'ਚ ਉਹਨੂੰ ਪਤਾ ਲੱਗਾ ਵੀ ਮੇਰੇ ਤਾਂ ਵਾਲ ਹੀ ਹੈ ਨਹੀਂ, ਹੁਣ ਮੈਂ ਜਿਹੜਾ ਉਮਰ ਦੇ ਵਿੱਚ ਬੁੱਢਾ ਹੋ ਗਿਆ ਆ, ਮੇਰੇ ਕੋਲ ਵਾਲ ਹੈ ਨਹੀਂ ਕੋਈ। Subal Chandra too sometime forgot how young he was. Imagining himself to be as old as before, he would turn up at old men's gathering where they were playing cards or dice and begin to talk like a grown-up. Then they would box his ear. Box his ear. Box his ear ਦਾ ਮਤਲਬ ਹੁੰਦਾ ਕੰਨ ਖਿੱਚਣੇ, ਕੰਨ ਮਰੋੜਨੇ ਜਾਂ ਚਪੇੜ ਮਾਰਨੀ। ਸੈਂਡ ਹਿਮ ਅਵੇ ਬਾਈ ਸੇਇੰਗ ਰਨ ਅਵੇ ਐਂਡ ਪਲੇ। ਸੁਬਲ ਚੰਦਰ ਵੀ ਕਈ ਵਾਰੀ ਭੁੱਲ ਜਾਂਦਾ ਸੀਗਾ ਵੀ ਉਹ ਕਿੰਨਾ ਜਵਾਨ ਹੈ, ਵੀ ਕਿੰਨਾ ਹੁਣ ਛੋਟਾ ਹੋ ਗਿਆ ਹੁਣ, ਪਰ ਉਹਦੇ ਅੰਦਰ ਜਿਹੜਾ ਸੀ ਭਾਵਨਾ ਸੀ ਵੱਡੇ ਦੀ, ਬੁੱਢੇ ਦੀ ਸੀ। ਆਪਣੇ ਆਪ ਨੂੰ ਪਹਿਲਾਂ ਵਾਂਗ ਬੁੱਢਾ ਹੋਣ ਦੀ ਕਲਪਨਾ ਕਰਦਿਆਂ ਉਹ ਬੁੱਢੇ ਆਦਮੀਆਂ ਦੇ ਵਿੱਚ ਦੇ ਇਕੱਠ ਵੱਲ ਜਾਂਦਾ ਸੀ ਜਿੱਥੇ ਉਹ ਤਾਸ਼ ਖੇਡਦੇ ਰਹੇ ਹੁਣ, ਜਾਂ ਫਿਰ ਉਹ ਲੂਡੋ ਜਾਂ ਹੋਰ ਇੱਦਾਂ ਖੇਡਦੇ ਸੀ। ਵੱਡਿਆਂ ਵਾਂਗ ਗੱਲਾਂ ਕਰਨ ਲੱਗ ਪੈਂਦਾ ਸੀ ਅਤੇ ਉਹ ਜਿਹੜੇ ਬੁੱਢੇ ਸੀਗੇ ਜਿਹੜੇ ਖੇਡਦੇ ਸੀਗੇ ਉਹਨਾਂ ਨੂੰ ਤਾਂ ਇਹ ਲੱਗਦਾ ਸੀ ਇਹ ਬੱਚਾ ਹੈ, ਅਤੇ ਉਹਦੇ ਕੰਨ ਮਰੋੜਦੇ ਜਾਂ ਚਪੇੜ ਮਾਰਦੇ ਅਤੇ ਇਹਨੂੰ ਭਜਾ ਦਿੰਦੇ, ਕਹਿੰਦੇ ਜਾ ਇੱਥੋਂ ਭੱਜ ਜਾ ਅਤੇ ਖੇਡ ਜਾ ਕੇ। At last Subal began to pray earnestly, if only I were as old as my son Sushil and free to do what I liked. And the Sushil would pray, oh Lord, make me as young as my father so that I might play again as much as I want to. I can't control my father anymore. He's become very naughty and I am worried about him all the time. ਆਖਿਰ ਵਿੱਚ ਸੁਬਲ ਨੇ ਦਿਲੋਂ ਪ੍ਰਾਰਥਨਾ ਕੀਤੀ, ਕਾਸ਼ ਮੈਂ ਆਪਣੇ ਪੁੱਤਰ ਸੁਸ਼ੀਲ ਜਿੰਨਾ ਬੁੱਢਾ ਹੁੰਦਾ ਵੀ ਵਾਪਸ ਮੈਂ ਜਿਹੜਾ ਉਸੇ ਉਮਰ 'ਚ ਆ ਜਾਵਾਂ, ਅਤੇ ਜੋ ਮੈਂ ਪਸੰਦ ਕਰਾਂ ਉਹ ਕਰਨ ਨੂੰ ਆਜ਼ਾਦ ਹੋਵਾਂ। ਅਤੇ ਸੁਸ਼ੀਲ ਅਰਦਾਸ ਕਰਦਾ, ਇਹ ਸਵਾਮੀ ਮੈਂ ਆਪਣੇ ਪਿਤਾ ਦੀ ਤਰ੍ਹਾਂ ਵੀ ਮੈਨੂੰ ਆਪਣੇ ਪਿਤਾ ਦੀ ਤਰ੍ਹਾਂ ਜਵਾਨ ਬਣਾਓ, ਯਾਨੀ ਪਿਤਾ ਵਾਂਗੂ ਜਿਵੇਂ ਅੱਗੇ ਉਹ ਆਪ ਸੀਗਾ ਵੀ ਉਸੇ ਉਮਰ 'ਚ ਹੀ ਆ ਜਾਵਾਂ, ਤਾਂ ਕਿ ਮੈਂ ਜਿੰਨੀ ਮਰਜ਼ੀ ਦੁਬਾਰਾ ਖੇਡ ਸਕਾਂ। ਮੈਂ ਆਪਣੇ ਪਿਤਾ ਨੂੰ ਕਾਬੂ ਨਹੀਂ ਕਰ ਸਕਦਾ, ਉਹ ਬਹੁਤ ਸ਼ਰਾਰਤੀ ਹੋ ਗਿਆ ਹੈ, ਮੈਨੂੰ ਚਿੰਤਾ ਹੈ ਹਰ ਸਮੇਂ ਉਸ ਬਾਰੇ, ਵੀ ਮੈਨੂੰ ਆਪਣੇ ਪਿਤਾ ਦੀ ਚਿੰਤਾ ਹੈ ਵੀ ਮੈਂ ਨਹੀਂ ਉਹਨੂੰ ਕੰਟਰੋਲ ਕਰ ਸਕਦਾ। ਦ ਲੇਡੀ ਆਫ ਵਿਸ਼ਿਜ਼ ਨਾਓ ਕਮ ਅਗੇਨ ਟੂ ਆਸਕ, ਵੈਲ ਹੈਵ ਯੂ ਹੈਡ ਅਨਫ ਆਫ ਯੂਅਰ ਵਿਸ਼ਿਜ਼। ਬੋਥ ਫਾਦਰ ਐਂਡ ਸਨ ਬੋਰਡ ਮਤਲਬ ਸਿਰ ਝੁਕਾਉਣਾ, ਹਿਜ਼ ਹੈਡ ਦੇਅਰ ਹੈਡ ਐਜ਼ low as her feet. Yes mother, we have had enough. Please turn us back into what we were before. All right, he said, you will both be yourselves again tomorrow morning. ਇੱਛਾ ਦੀ ਦੇਵੀ ਦੁਬਾਰਾ ਨੂੰ ਕੋ ਆਈ ਜਦੋਂ ਫਿਰ ਅਰਦਾਸ ਕਰਨ ਲੱਗ ਪਏ। ਆ ਕੇ ਉਹਨੇ ਪੁੱਛਿਆ ਵੀ ਤੁਹਾਡੀਆਂ ਹੁਣ ਇੱਛਾਵਾਂ ਪੂਰੀਆਂ ਹੋ ਗਈਆਂ। ਦੋਵੇਂ ਪਿਓ ਪੁੱਤਰ ਪੈਰਾਂ ਦੇ ਭਾਰ ਬਹਿ ਗਏ, ਸਿਰ ਝੁਕਾਇਆ। ਹਾਂ ਮਾਂ, ਸਾਡੇ ਕੋਲ ਕਾਫੀ ਹੈ, ਕਿਰਪਾ ਕਰਕੇ ਸਾਨੂੰ ਵਾਪਸ ਬਦਲੋ ਜੋ ਅਸੀਂ ਪਹਿਲਾਂ ਸੀ। ਠੀਕ ਹੈ, ਉਹ ਕਹਿੰਦੇ ਠੀਕ ਹੈ ਵੀ ਹੁਣ ਸਾਨੂੰ ਬਦਲ ਦਿਓ ਵੀ ਅਸੀਂ ਨਹੀਂ ਇੱਦਾਂ ਰਹਿ ਸਕਦੇ, ਸਾਡੇ ਕੋਲ ਇੱਦਾਂ ਨਹੀਂ ਰਿਹਾ ਜਾ ਜਾਂਦਾ। ਠੀਕ ਹੈ, ਉਸਨੇ ਕਿਹਾ ਵੀ ਤੁਸੀਂ ਕੱਲ੍ਹ ਸਵੇਰੇ ਫਿਰ ਵਾਪਸ ਉਹੋ ਜਿਹੇ ਹੋ ਜਾਓਗੇ। ਨੈਕਸਟ ਮਾਰਨਿੰਗ ਸੁਬਲ ਵਾਜ਼ ਦਾ ਸੇਮ ਓਲਡ ਮੈਨ ਐਜ਼ ਬਿਫੋਰ ਐਂਡ ਅਪ ਐਜ਼ ਦਾ ਬॉय ਐਜ਼ ਹੀ ਯੂਜ਼ਡ ਟੂ ਬੀ। ਬੋਥ ਇਮੈਜਿਨ they had been dreaming. Subal called his son and said, Sushil, aren't you going to start learning your grammar? Sushil scratched his head, said, Father, I have lost my book. ਅਗਲੀ ਸਵੇਰ ਦੋਵੇਂ ਜਿਹੜੇ ਬਦਲ ਗਏ। ਫਿਰ ਪਿਓ ਜਿਹੜਾ ਪਿਓ ਦੀ ਉਮਰ ਚਲੇ ਗਿਆ, ਪੁੱਤ ਦੀ ਉਮਰ 'ਚ ਆ ਗਿਆ। ਫਿਰ ਉਹਨਾਂ ਨੂੰ ਇੱਦਾਂ ਲੱਗਿਆ ਵੀ ਜਿਵੇਂ ਉਹ ਕੋਈ ਸੁਪਨਾ ਦੇਖ ਰਿਹਾ, ਜਦੋਂ ਜਿਹੜਾ ਸਮਾਂ ਲੰਘਿਆ ਵੀ ਉਹਨਾਂ ਨੇ ਕੋਈ ਸੁਪਨਾ ਦੇਖਿਆ ਉਸ ਸਮੇਂ 'ਚ। ਸੁਬਲ ਨੇ ਆਪਣੇ ਬੇਟੇ ਨੂੰ ਬੁਲਾਇਆ, ਕਿਹਾ ਸੁਸ਼ੀਲ ਕੀ ਤੂੰ ਆਪਣਾ ਵਿਆਕਰਨ ਦਾ ਕੰਮ, ਗ੍ਰਾਮਰ ਦਾ ਕੰਮ ਸਿੱਖਣਾ ਸ਼ੁਰੂ ਕਰ ਲਿਆ? ਸੁਸ਼ੀਲ ਨੇ ਸਿਰ ਖੁਰਕਦੇ ਕਿਹਾ, ਨਹੀਂ ਜੀ, ਮੇਰੀ ਤਾਂ ਕਿਤਾਬ ਗਵਾਚ ਗਈ ਆ ਗ੍ਰਾਮਰ ਦੀ। ਕਹਿਣ ਦਾ ਮਤਲਬ ਫਿਰ ਉਹ ਪੁਰਾਣੀਆਂ ਗੱਲਾਂ 'ਤੇ ਆ ਗਏ। ਕਹਿਣ ਦਾ ਮਤਲਬ ਸਮੇਂ ਦੇ ਨਾਲ ਹਰੇਕ ਚੀਜ਼ ਜਿਹੜੀ ਚੰਗੀ ਲੱਗਦੀ ਆ, ਆਪਾਂ ਸੋਚਦੇ ਹਾਂ ਵੀ ਅਗਲੇ ਦਾ ਸਮਾਂ ਚੰਗਾ ਆ, ਵੀ ਉਸ ਉਮਰ ਦੇ ਵਿੱਚ ਅਸੀਂ ਆਹ ਕੁਛ ਕਰਾਂਗੇ, ਪਰ ਉਹ ਜੇਕਰ ਸਾਨੂੰ ਉਹ ਉਮਰ ਹੁਣੇ ਮਿਲ ਜਾਏ ਤਾਂ ਅਸੀਂ ਉਹ ਜਿਹੜਾ ਚੀਜ਼ਾਂ ਦਾ ਫਾਇਦਾ ਨਹੀਂ ਚੱਕ ਸਕਦੇ, ਸਗੋਂ ਮੁਸੀਬਤ ਦੇ ਵਿੱਚ ਫਸ ਜਾਂਦੇ ਹਾਂ। ਇਸ ਤਰ੍ਹਾਂ ਜਿਹੜੀ ਲੇਡੀ ਆਫ ਵਿਸ਼ਿਜ਼ ਨੇ ਉਹਨਾਂ ਦੀ ਵਿਸ਼ ਪੂਰੀ ਕੀਤੀ, ਪਰ ਉਹ ਜਿਹੜੀ ਆ ਫਿਰ ਵੀ ਦੁਖੀ ਰਹੇ। ਸੋ ਬੱਚੋ, ਇਹ ਲੈਸਨ ਸੀ ਵਿਸ਼ਿਜ਼ ਕਮ ਟਰੂ। ਆਪਾਂ ਲੈਸਨ ਪੜ੍ਹ ਲਿਆ, ਕੁਐਸਚਨ ਆਨਸਰ ਇਹਦੇ ਆਪਾਂ ਬਾਅਦ 'ਚ ਕਰਾਂਗੇ। ਥੈਂਕਸ।